ਹਾਲੇਲੂਇਆ ਹਾਲੇਲੂਇਆ। ਖੁਦਾਵੰਦ ਦਾ ਧੰਨਵਾਦ ਆ ਪਰਮੇਸ਼ਰ ਨੇ ਇੱਕ ਵਾਰ ਫਿਰ ਮੌਕਾ ਦਿੱਤਾ ਉਸ ਦੇ ਨਾਮ ਨੂੰ ਧੰਨਵਾਦ ਦੇਣ ਦਾ, ਉਹਦੇ ਨਾਮ ਨੂੰ ਮਹਿਮਾ ਦੇਣ ਦਾ। ਖੁਦਾ ਦੇ ਦਾਸ ਔਰ ਦਾਸੀ ਨੂੰ ਜੈ ਮਸੀਹ ਕੀ, ਆਏ ਹੋਏ ਸਾਰੀ ਕਲੀਸਿਆ ਨੂੰ ਜੈ ਮਸੀਹ ਕੀ। ਮੇਰੀ ਗਵਾਹੀਆਂ ਦਰਅਸਲ 2-3 ਨੇ, ਸੋ ਪਰਮੇਸ਼ਰ ਨੇ ਅੱਜ ਮੌਕਾ ਦਿੱਤਾ ਸਾਰੀਆਂ ਇਕੱਠੀਆਂ ਦੇਣ ਦਾ। ਸੋ ਮੇਰੀ ਪਹਿਲੀ ਗਵਾਹੀ ਇਹ ਆ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕਾਫੀ ਸਾਲਾਂ ਤੋਂ ਇੱਕ ਪ੍ਰੋਬਲਮ ਸੀ ਜੋ ਆਪਣੇ ਫੂਡ ਪਾਈਪ ਹੁੰਦਾ ਹੈ, ਤੁਸੀਂ ਜਾਣਦੇ ਆ। ਉਹਦੀ ਫੂਡ ਪਾਈਪ ਦੀ ਐਂਡ 'ਤੇ ਇੱਕ ਵਾਲਵੋਲਾ ਹੁੰਦੀ ਆ ਜਿਹੜੀ ਜਦੋਂ ਆਪਾਂ ਖਾਣਾ ਖਾਂਦੇ ਹਾਂ ਖੁੱਲ੍ਹ ਜਾਂਦੀ ਆ, ਅਤੇ ਜਦੋਂ ਉਹ ਫੂਡ ਪਾਈਪ ਨੂੰ ਆਪਣੇ ਸਟੋਮਕ ਦੇ ਨਾਲ ਉਹ ਕਨੈਕਟ ਕਰਦੀ ਆ, ਅਤੇ ਜਦੋਂ ਆਪਾਂ ਖਾਣਾ ਖਾ ਕੇ ਹਟ ਜਾਂਦੇ ਹਾਂ ਅਤੇ ਉਹ ਵਾਲਵੋਲਾ ਬੰਦ ਹੋ ਜਾਂਦੀ ਨੋਰਮਲੀ ਤੌਰ 'ਤੇ। ਅਤੇ ਮੈਨੂੰ ਕਾਫੀ ਚਿਰ ਤੋਂ ਐਸੀਡਿਟੀ ਦੀ ਪ੍ਰੋਬਲਮ ਸੀ, ਅਤੇ ਜਦੋਂ ਮੈਂ ਟੈਸਟ ਕਰਵਾਏ ਮੇਰੀ ਐਸੀਡਿਟੀ ਦੀ ਪ੍ਰੋਬਲਮ ਇੰਨੀ ਜ਼ਿਆਦਾ ਹੋ ਚੁੱਕੀ ਸੀ ਕਿ ਤਕਰੀਬਨ ਇੱਕ ਦਿਨ ਛੱਡ ਕੇ ਮੇਰਾ ਗਲਾ ਬਿਲਕੁਲ ਬੈਠ ਜਾਂਦਾ ਸੀ, ਨਾ ਮੇਰੇ ਤੋਂ ਕੁਛ ਪ੍ਰੋਪਰਲੀ ਖਾ ਹੁੰਦਾ ਸੀ, ਖਾਸ ਕਰ ਆਪਣੇ ਇੰਡੀਅਨ ਜੋ ਖਾਣੇ ਆ, ਨਾ ਮੇਰੇ ਤੋਂ ਬੋਲ ਹੋ ਰਿਹਾ ਸੀ ਪ੍ਰੋਪਰਲੀ। ਤੁਸੀਂ ਦੇਖਿਆ ਹੋਊਗਾ ਪਿਛਲੇ ਸਮੇਂ ਦੇ ਵਿੱਚ ਕਈ ਵਾਰੀ ਟਰਾਂਸਲੇਸ਼ਨ ਦੇ ਵਿੱਚ ਵੀ ਮੈਨੂੰ ਮੁਸ਼ਕਿਲ ਆਉਂਦੀ ਸੀ ਕਿਉਂਕਿ ਮੇਰੀ ਆਵਾਜ਼ ਨਹੀਂ ਨਿਕਲ ਪਾ ਰਹੀ ਸੀ। ਕੁਆਇਰ ਦੇ ਵਿੱਚ ਵੀ ਮੇਰੇ ਤੋਂ ਸਪੋਰਟ, ਮੇਰੇ ਤੋਂ ਸਾਥ ਨਹੀਂ ਦੇ ਹੋ ਰਿਹਾ ਸੀ, ਪ੍ਰਭੂ ਦੀ ਮਹਿਮਾ ਨਹੀਂ ਕਰ ਹੋ ਰਹੀ ਸੀ। ਅਤੇ ਮੈਂ ਕਾਫੀ ਸਾਲਾਂ ਤੋਂ ਇਸ ਪ੍ਰੋਬਲਮ ਨਾਲ ਜਿੱਦਾਂ ਜਕੜੀ ਹੋਈ ਸੀ, ਅਤੇ ਮੈਂ ਦੁਆ ਕਰਦੀ ਹੁੰਦੀ ਸੀ ਪਰਮੇਸ਼ਰ ਦੇ ਅੱਗੇ ਕਿ ਪ੍ਰਭੂ ਤੇਰੇ ਵਚਨ 'ਚ ਲਿਖਿਆ ਹੋਇਆ ਕਿ ਤੇਰੇ ਮਾਰ ਖਾਣ ਦੇ ਨਾਲ ਅਸੀਂ ਚੰਗੇ ਹੋਏ ਹਾਂ। ਤੇਰਾ ਵਚਨ ਅੱਜ ਵੀ ਜ਼ਿੰਦਾ ਹੈ, ਅੱਜ ਵੀ ਸਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਕਰਦਾ ਆ। ਅਤੇ ਮੈਂ ਤਕਰੀਬਨ ਹਰ ਵਾਰ ਜਦੋਂ ਮੇਰੀ ਇੱਦਾਂ ਮੁਸ਼ਕਿਲ ਜ਼ਿਆਦਾ ਵੱਧ ਜਾਣੀ, ਮੈਂ ਮੈਡੀਸਨ ਤੋਂ ਬਿਨਾਂ ਰਹਿ ਨਹੀਂ ਸਕਦੀ ਸੀ। ਮੈਂ ਰੋਜ਼ ਰਾਤ ਨੂੰ ਮੈਡੀਸਨ ਲੈਣੀ, ਜੇ ਮੈਂ ਮਿਸ ਕਰ ਜਾਣੀ ਮੈਡੀਸਨ ਅਤੇ ਸੁਬਾਹ ਉੱਠਣਾ ਅਤੇ ਮੇਰਾ ਜਿੱਦਾਂ ਪੇਟ ਸੁੱਜ ਜਾਣਾ, ਮੇਰੇ ਗਲੇ ਵਿੱਚ ਇੱਦਾਂ ਹੁੰਦਾ ਸੀ ਜਿੱਦਾਂ ਮੇਰੇ ਕੁਛ ਜਲ ਰਿਹਾ ਹੁੰਦਾ ਅੰਦਰ। ਮੇਰਾ ਸਾਰੀ ਫੂਡ ਪਾਈਪ ਦੀ ਇੰਨੀ ਜਲਨ ਮਹਿਸੂਸ ਹੁੰਦੀ ਸੀ, ਮੇਰੀ ਆਵਾਜ਼ ਬੈਠ ਜਾਣੀ, ਨਾ ਮੇਰੇ ਤੋਂ ਭੁੱਖ ਲੱਗਣੀ ਕਿਉਂਕਿ ਉਹ ਐਸੀਡਿਟੀ ਕਰਕੇ ਭੁੱਖ ਦੀ ਵੀ ਚਾਹਤ ਨਹੀਂ ਹੁੰਦੀ ਸੀ, ਭੁੱਖ ਨਹੀਂ ਲੱਗਦੀ ਸੀ ਮੈਨੂੰ। ਅਤੇ ਮੈਨੂੰ ਕਾਫੀ ਇੱਦਾਂ ਦੀ ਪ੍ਰੋਬਲਮ ਰਹੀਆਂ ਅਤੇ ਮੈਂ ਲਗਾਤਾਰ ਦੁਆ ਵਿੱਚ ਰਹੀ। ਅਤੇ ਇੱਕ ਦਿਨ ਮੈਂ ਸਮਝਦੀ ਕਿ ਮੇਰੀ ਬਰਦਾਸ਼ਤ ਦਾ ਉਹ ਲਾਸਟ ਦਿਨ ਸੀ। ਮੈਂ ਇੱਥੇ ਖੜੀ ਸੀ ਕੁਆਇਰ ਦੇ ਵਿੱਚ ਅਤੇ ਅਸੀਂ ਵਰਸ਼ਿਪ ਚੱਲ ਰਹੀ ਸੀ ਅਤੇ ਮੇਰੇ ਤੋਂ ਗਾ ਨਹੀਂ ਹੋ ਰਿਹਾ ਸੀ ਬਿਲਕੁਲ ਵੀ। ਮੈਂ ਫਿਰ ਵੀ ਖੜੀ ਹੁੰਦੀ ਸੀ ਹਰ ਵਾਰ ਪ੍ਰਭੂ ਦੇ ਲਈ, ਨਾ ਮੇਰੇ ਤੋਂ ਇੱਥੇ ਗਾ ਹੋ ਰਿਹਾ ਸੀ ਨਾ ਘਰ। ਅਤੇ ਇੱਦਾਂ ਹੀ ਜਦੋਂ ਮੈਂ ਵਰਸ਼ਿਪ ਕਰ ਰਹੀ ਸੀ ਮੈਂ ਰੋਣ ਲੱਗ ਪਈ ਪ੍ਰਭੂ ਦੇ ਅੱਗੇ। ਮੈਂ ਕਿਹਾ ਖੁਦਾਵੰਦ ਮੈਂ ਕਿਸ ਤਰ੍ਹਾਂ ਤੇਰੀ ਵਰਸ਼ਿਪ ਕਰਾਂ ਜੇ ਮੇਰੀ ਆਵਾਜ਼ ਵੀ ਨਹੀਂ ਨਿਕਲ ਰਹੀ। ਮੈਂ ਜਾਣਦੀ ਹਾਂ ਕਿ ਵਰਸ਼ਿਪ ਸਿਰਫ ਆਵਾਜ਼ ਤੋਂ ਨਹੀਂ ਹੁੰਦੀ, ਕਿਉਂਕਿ ਤੂੰ ਹਰੇਕ ਨੂੰ ਬਲੈਸਿੰਗ ਦਿੱਤੀ ਹੋਈ ਹੈ, ਕਿਸੇ ਦੇ ਕੋਲ ਗੋਡ ਗਿਫਟ ਆ ਵੌਇਸ ਦਾ, ਲੇਕਿਨ ਤੇਰਾ ਵਚਨ 'ਚ ਲਿਖਿਆ ਕਿ ਜਿਹੜੀ ਵਰਸ਼ਿਪ ਆ ਉਹ ਰੂਹ ਔਰ ਸੱਚਾਈ ਤੋਂ ਹੁੰਦੀ ਹੈ। ਮੈਂ ਜਾਣਦੀ ਹਾਂ, ਲੇਕਿਨ ਪ੍ਰਭੂ ਤੂੰ ਮੇਰੀ ਆਵਾਜ਼ ਨੂੰ ਸੁਣ ਤੇ ਦਰਦ ਮੈਂ ਤੋਂ ਦੂਰ ਕਰ ਤਾਂ ਕਿ ਮੈਂ ਖੁੱਲ੍ਹ ਕੇ ਤੇਰੀ ਵਰਸ਼ਿਪ ਕਰ ਸਕਾਂ, ਤਾਂ ਮੈਂ ਤੇਰੇ ਨਾਮ ਨੂੰ ਮਹਿਮਾ ਦਊਂਗੀ। ਅਤੇ ਜਦੋਂ ਮੈਂ ਇੱਦਾਂ ਦੁਆ ਕਰ ਰਹੀ ਸੀ ਰੋ ਰੋ ਕੇ ਪ੍ਰਭੂ ਦੇ ਅੱਗੇ, ਮੇਰੇ ਮਨ 'ਚ ਆਇਆ ਕਿ ਮੈਂ ਖੁਦਾ ਦੇ ਦਾਸ ਨਾਲ ਗੱਲ ਕਰਾਂ। ਅਤੇ ਉਦਣ ਜਦੋਂ ਮੀਟਿੰਗ ਖਤਮ ਹੋਈ ਮੈਂ ਖੁਦਾ ਦੀ ਦਾਸੀ ਨਾਲ ਅਤੇ ਖੁਦਾ ਦੇ ਦਾਸ ਨਾਲ ਇਸ ਗੱਲ ਨੂੰ ਸ਼ੇਅਰ ਕੀਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪਲੀਜ਼ ਤੁਸੀਂ ਦੁਆ ਵਿੱਚ ਰੱਖੋ ਇਸ ਚੀਜ਼ ਨੂੰ, ਮੈਨੂੰ ਜ਼ਿਆਦਾ ਤਕਲੀਫ ਦਾ ਨਹੀਂ ਆ, ਮੈਨੂੰ ਇਸ ਕਰਕੇ ਆ ਮੈਂ ਪ੍ਰਭੂ ਦਾ ਕੰਮ ਨਹੀਂ ਹੋ ਰਿਹਾ, ਮੇਰੇ ਤੋਂ ਟਰਾਂਸਲੇਸ਼ਨ ਨਹੀਂ ਹੋ ਰਹੀ, ਮੇਰੇ ਤੋਂ ਵਰਸ਼ਿਪ ਨਹੀਂ ਹੋ ਰਹੀ ਜਿੱਦਾਂ ਮੈਂ ਕਰਨਾ ਚਾਹ ਰਹੀ ਹਾਂ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਬਹੁਤ ਤਰ੍ਹਾਂ ਦੇ ਲੋਕ ਆ ਇਸ ਚਰਚ ਦੇ ਵਿੱਚ, ਕੋਈ ਨਵੇਂ ਆ, ਕੋਈ ਪੁਰਾਣੇ ਆ, ਕੋਈ ਬਹੁਤ ਸਾਲਾਂ ਤੋਂ ਵਫਾਦਾਰੀ ਨਾਲ ਪ੍ਰਭੂ ਦੇ ਨਾਲ ਚੱਲ ਰਹੇ ਆ, ਕੋਈ ਰੋਜ਼ ਦੁਆ ਕਰਦਾ, ਕੋਈ ਨਹੀਂ ਕਰਦਾ। ਲੇਕਿਨ ਜਦੋਂ ਅਸੀਂ ਇੱਕ ਮੈਂਟਰ ਦੇ ਨੀਚੇ ਹੁੰਦੇ ਆ, ਇਹ ਬਹੁਤ ਜ਼ਰੂਰੀ ਆ ਕਿ ਆਪਾਂ ਆਪਣੀਆਂ ਪ੍ਰਾਰਥਨਾਵਾਂ ਉਹਨਾਂ ਤੱਕ ਲੈ ਕੇ ਜਾਈਏ। ਪਾਸਟਰ ਜੀ ਸਾਨੂੰ ਸਿਖਾਉਂਦੇ ਆ ਕਿ ਹਾਂ ਤੁਸੀਂ ਖੁਦ ਵੀ ਪ੍ਰਾਰਥਨਾ ਕਰਨੀ ਆ, ਇਹ ਬਿਲਕੁਲ ਗੱਲ ਸਹੀ ਹੈ। ਮੇਰੀ ਪ੍ਰਾਰਥਨਾ ਲਗਾਤਾਰ ਰਹੀ ਹੈ ਇਸ ਟੌਪਿਕ ਦੇ ਬਾਰੇ, ਲੇਕਿਨ ਕੁਛ ਇੱਦਾਂ ਦੇ ਬੰਧਨ ਹੁੰਦੇ ਆ, ਕੁਛ ਇੱਦਾਂ ਦੀਆਂ ਰੁਕਾਵਟਾਂ ਹੁੰਦੀਆਂ ਆ ਜੋ ਕਿ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਉਦੋਂ ਤੱਕ ਬਣਾਏ ਰੱਖਦਾ ਜਦ ਤੱਕ ਅਸੀਂ ਅਧੀਨ ਪ੍ਰੋਪਰਲੀ ਨਹੀਂ ਹੁੰਦੇ ਖੁਦਾ ਦੇ ਦਾਸ ਦੇ ਅੱਗੇ। ਸੋ ਮੈਂ ਵਿਸ਼ਵਾਸ ਕਰਦੀ ਹਾਂ ਕਿ ਜਦੋਂ ਮੈਂ ਪਰਮੇਸ਼ਰ ਦੇ ਦਾਸੀ ਨੂੰ ਇਹ ਰਿਕੁਐਸਟ ਦਿੱਤੀ, ਪ੍ਰਭੂ ਨੇ ਮੈਨੂੰ ਇਹ ਸਿਖਾਇਆ ਆ ਕਿ ਮੈਂ ਹੋਰ ਉਹਨਾਂ ਦੇ ਅਧੀਨ ਹੋਵਾਂ, ਕਿਉਂਕਿ ਕਈ ਵਾਰੀ ਸਾਡੀ ਖੁਦ ਦੀ ਕੋਸ਼ਿਸ਼ ਉੱਥੇ ਤੱਕ ਸਾਨੂੰ ਨਹੀਂ ਲੈ ਕੇ ਜਾ ਸਕਦੀ ਜਿੱਥੇ ਤੱਕ ਖੁਦਾ ਦੀ ਅਨੋਇੰਟਿੰਗ ਜੋ ਉਹਨਾਂ ਦੇ ਦਾਸ ਦੇ ਉੱਤੇ ਹੁੰਦੀ ਆ, ਉਹ ਗ੍ਰੇਸ ਜੋ ਉਹਨਾਂ ਦੀ ਲਾਈਫ ਦੇ ਉੱਤੇ ਹੁੰਦਾ, ਉੱਥੇ ਤੱਕ ਸਾਨੂੰ ਉਹ ਲੈ ਜਾਂਦੀ ਆ। ਕਈ ਵਾਰੀ ਅਸੀਂ ਇੰਨਾ ਕੁ ਚੱਲ ਪਾਉਂਦੇ ਹਾਂ, ਲੇਕਿਨ ਪਰਮੇਸ਼ਰ ਸਾਨੂੰ ਉੱਥੇ ਤੱਕ ਅੱਗੇ ਤੱਕ ਲੈ ਕੇ ਜਾਣ ਨੂੰ ਚਾਹੁੰਦਾ ਹੈ ਕਿ ਅਸੀਂ ਹੈਲਪ ਮੰਗੀਏ ਉਸ ਮੈਂਟਰ ਤੋਂ ਜੋ ਖੁਦਾ ਨੇ ਸਾਡੇ ਲਈ ਰੱਖਿਆ ਹੁੰਦਾ। ਅਤੇ ਮੇਰੀ ਜ਼ਿੰਦਗੀ ਦੇ ਵਿੱਚ ਵਾਕਈ ਇੱਦਾਂ ਹੀ ਹੋਇਆ। ਜਿਸ ਦਿਨ ਮੈਂ ਖੁਦਾ ਦੀ ਦਾਸੀ ਨੂੰ ਪ੍ਰੇਅਰ ਰਿਕੁਐਸਟ ਦਿੱਤੀ, ਉਸ ਤੋਂ ਬਾਅਦ ਲਗਾਤਾਰ ਉਹ ਦੁਆ ਕਰਦੇ ਰਹੇ ਅਤੇ ਹੌਲੀ ਮੇਰੀ ਸਿਹਤ ਵਿੱਚ ਇੰਪਰੂਵਮੈਂਟ ਆਇਆ। ਅੱਜ ਮੈਨੂੰ 2 ਮੰਥ ਹੋ ਗਿਆ, ਮੈਂ ਸਾਰੀਆਂ ਦਵਾਈਆਂ ਛੱਡ ਦਿੱਤੀਆਂ ਆ। ਅੱਜ ਮੈਂ ਖੁੱਲ੍ਹ ਕੇ ਸਭ ਕੁਝ ਖਾ ਪਾ ਰਹੀ ਹਾਂ, ਅੱਜ ਮੈਂ ਖੁੱਲ੍ਹ ਕੇ ਪਰਮੇਸ਼ਰ ਦਾ ਕੰਮ ਕਰ ਪਾ ਰਹੀ ਹਾਂ, ਅਤੇ ਮੇਰੇ ਲਈ ਇਸ ਤੋਂ ਵੱਡਾ ਕੋਈ ਪ੍ਰਿਵਿਲੇਜ ਨਹੀਂ ਆ।
ਪਰਮੇਸ਼ਰ ਦਾ ਕੰਮ ਕਰ ਪਾਉਣਾ, ਇਹ ਸਭ ਤੋਂ ਵੱਡਾ ਪ੍ਰਿਵਿਲੇਜ ਆ ਮੇਰੀ ਲਾਈਫ। ਤੁਹਾਨੂੰ ਉਠਾ ਕੇ ਅਸੀਂ ਪਰਮੇਸ਼ਰ ਦੀ ਮਹਿਮਾ ਕਰਾਂਗੇ। ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ, ਪਰਮੇਸ਼ਰ ਨੇ ਮੈਨੂੰ ਆਜ਼ਾਦ ਕੀਤਾ, ਕਿਉਂਕਿ ਸ਼ਾਇਦ ਸੁਣਨ ਵਿੱਚ ਇਹ ਗਵਾਹੀ ਛੋਟੀ ਆ, ਲੇਕਿਨ ਜਿਹੜੇ ਲੰਘਦੇ ਆ ਉਸ ਸਫਰਿੰਗ ਤੋਂ, ਜੇ ਕਿਸੇ ਨੂੰ ਇਹ ਪ੍ਰੋਬਲਮ ਹੋਈ ਆ, ਉਹ ਜਾਣਦੇ ਆ ਕਿੰਨੀ ਤਕਲੀਫ ਆ ਇਸ ਪ੍ਰੋਬਲਮ ਦੇ ਵਿੱਚ। ਮੈਂ ਖੁਦਾ ਦਾ ਧੰਨਵਾਦ ਕਰਦੀ, ਖੁਦਾ ਦੀ ਵਫਾ ਲਈ। परमेश्वर की महिमा कीजिए। इट्स अमेजिंग। मैं खुदा दा धन्नवाद करदी हां कि खुदा ने मैनू सच्चे दास और दासी दिते आ, जिन्हां दे थ्रू रोज असी ब्लैसिंग पाउंदे हां। ते मेरा विश्वास है कि परमेश्वर ने मैनू अज शिफा दिती आ, वो इस करके दिती क्योंकि मैं इन्हां दी मेंटरशिप दे अंडर आ। मैं खुदा दा धन्नवाद करदी ना दी लाइफ ते, मैं खुदा दा धन्नवाद करदी दित्ती हुई शिफा दे लई। और मैं खुदा ना वादा कीता, प्रभु जिन्ने मेरी जिंदगी दे अगले साह आ, मेरी आवाज सदा तेरी महिमा करेगी। हालेलुया। मैं खुदा दा धन्नवाद करदी क्योंकि खुदा ने हर वक्त साडे नाल चलदे आ। मेरी सैकंड गवाही लास्ट वीक दी आ। चर्च तो बाद जो चर्च चल रही सी ते मैं 2-3 वारी मेरे नाल इदां हो चुकिया है कि मेरे पत्थरियां होईयां मेरे किडनीज दे विच, ते मैनू जदों भी पत्थरियां होईयां मैनू उस दर्द दी पहचान आ। सो जदों लास्ट संडे असीं इत्थे सी ते मैनू ओही पेन फिर तो शुरू हो गई, ते फिर भी लेकिन मैं लगी रही वर्शिप दे विच। मैं बहुत मुश्किल ना खड़ी सी ट्रांसलेशन दे विच भी, लेकिन मैं अपने आप नू खुदा दे हत्थां विच दित्ता। मैं कहा प्रभु तू मेरा परमेश्वर, तू मैनू संभालण वाला, मैनू बल देण वाला आ। ते इदां होया जदों मैं घर वापस गई संडे शाम नू, मैं उदों भी पेन दे विच सी। मैं किसी नाल कोई गल नहीं शेयर कीती, सिर्फ अपने हसबैंड नू दस्सिया। सैकेंड डे जिद्दां मैं जॉब ते चली गई, ते जॉब ते मेरी इन्नी ज़्यादा पेन हुई, मैं घर आ गई वापस, क्योंकि जदों पत्थरियां दी पेन हुंदी उदों ना तुसीं खड़ पाउंदे आ ना तुसीं बैठ पाउंदे आ। पेन इन्नी ज़्यादा हुंदी आ कि तुहानूं बस हुंदा किसी चीज़ नाल मैनूं आराम मिल जावे। ते जदों मैं इदां घर आई ते मैं शुरू तो खुदा दे दास नसमल जी दे वर्शिप सॉन्ग नूं सुनदी आ। मेरे मम्मा दे थ्रू मैं उन्हां नूं जाणिया, मैं शुरू तो मेरे फेवरेट आहो। ते मैं मैडिसिन लैन लगी, मैडिसिन लैन तो पहला मैं बैड ते पई ते मैनू खुदा दे दास दा गीत याद आया, तेरे मार खाने से यीशु मैंने शिफा पाई है। ते मेरे पेन इन्नी ज़्यादा हो रही सी, मेरी आवाज़ तक नहीं निकल रही सी पेन ना, लेकिन वही जिन्नी भी मेरी आवाज़ निकलती सी मैं विश्वास ना गीत गाउण लग पई बैड ते। मैं गीत गाया, मैं कहा प्रभु तेरे मार खाने से मैंने शिफा पाई है। नाल ही मैं वचन डिक्लेयर किया जिदा पास्टर जी सानू सिखाते हैं कि तुसी चलना है, तुसी चाहे दुख विच होवो चाहे सुख विच होवो, लेकिन जदों तुहाडे ते दुख दा समय आउंदा आ उदों तुहानू पता लगदा तुसी किन्ना परमेश्वर विच खड़े रहिंदे आ। मैनू पास्टर जी दी टीचिंग याद आई कि तुसी वचन डिक्लेयर करना आ, चाहे तुहानू कुछ नज़र आ रहा चाहे तुहानू नहीं नज़र आ रहा, तुसी बने रहना आ। मैं इदां ही पई मैं गीत गावां, नाले बाद च मैं कहा प्रभु तुहाडा वचन कहंदा कि तुहाडा लहू दे द्वारा मैं चंगी हो चुकी हाँ। प्रभु मैं तुहाडे लहू नूं अपनी बॉडी दे विच इंजैक्ट कर दिया। मेरा विश्वास आ जेड़ा तुहाडा लहू उदों चंगा करदा सी, तुहाडा लहू अज भी सामर्थ रखदा मैनूं चंगा करन दी। हालेलुया। ते मैं दसदी हां तुहानूं, मैं जदों रात नूं पई, ये मेरा परमेश्वर जानदा इस गल नूं, मैं सुबह उठी ते मेरी बॉडी इदां सी जिद्दां कुछ नहीं होया हुंदा। बिल्कुल मैं हील सी। मैनू नहीं पता वो पत्थरी कदों निकली कदों नहीं, मैनू कुछ नहीं पता, लेकिन मैनू एक गल दा पता है कि मेरे परमेश्वर ने मैनू हील कीता है। हालेलुया हालेलुया हालेलुया। मैं सारी महिमा सारा इज्जत सारा जलाल यीशु मसीह नूं दिंदी हां, क्योंकि अज भी सानू चंगा करन दी सानू शिफा देन दी सामर्थ रखदा आ। सारिआं नूं जय मसीह की। हालेलुया।